ਸਾਹਿਬ ਜੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਆਰਾਮ। ਪਾਲੇ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੇ ਉਪਾਵੋ, ਦਇਆ ਕਰੋ ਕਿਛ ਮੇਰੇ ਉਪਾਵੋ। ਡੁੱਬਦੇ ਪੱਥਰ ਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਗਹਿਲਾ ਅਰੂ ਨਾ ਜਾਣਈ, ਸਿਰ ਭੀ ਮਿੱਟੀ ਖਾਏ। ਗਹਿਲਾ ਰੂਹ ਨਾ ਜਾਣਈ, ਸਿਰ ਭੀ ਮਿੱਟੀ ਖਾਏ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿਨਾਂ ਦੀ ਪਾਵਨ ਮੁਬਾਰਕ ਗੋਦ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਿਕਾਰਯੋਗ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਉਦਮ ਉਪਰਾਲਾ ਆਪ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਵਿਚਾਰ ਭਗਤ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ, ਜਿਨ੍ਹਾਂ ਨੂੰ ਆਪਾਂ ਬੜੇ ਚਾਅ ਦੇ ਨਾਲ, ਬੜੇ ਪਿਆਰ ਦੇ ਨਾਲ ਆਪਣੀ ਭਾਸ਼ਾ ਦੇ ਨਾਲ ਪਿਆਰ ਰੱਖਦਿਆਂ, ਬੋਲੀ ਦੇ ਨਾਲ ਪਿਆਰ ਰੱਖਦਿਆਂ, ਠੇਠ ਪੰਜਾਬੀ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤੇ ਨੇ। ਉਹਨਾਂ ਦੀ ਇਸ ਰਚਨਾ ਦੇ ਵਿੱਚੋਂ ਸ਼ੁੱਧ ਪੰਜਾਬੀ ਦੀ, ਠੇਠ ਪੰਜਾਬੀ ਦੀ ਝਲਕ ਪੈਂਦੀ ਹੈ। ਔਰ ਇਹਨਾਂ ਸ਼ਲੋਕਾਂ ਨੂੰ ਸਮਝਣਾ ਅਤੇ ਇਹਨਾਂ ਨੂੰ ਵਿਚਾਰਨਾ ਔਖਾ ਨਹੀਂ ਹੋਵੇਗਾ।
ਕਿਉਂਕਿ ਹਰ ਗੱਲ ਸਾਡੇ ਆਮ ਜੀਵਨ ਦੀ ਭਗਤ ਫਰੀਦ ਸਾਹਿਬ ਜੀ ਨੇ ਕੀਤੀ ਹੈ। ਜੋ ਅਸੀਂ ਨਿੱਤਾ ਪ੍ਰਤੀ, ਜਿਵੇਂ ਕਿ ਸਾਡੀਆਂ ਲੋੜਾਂ ਜਾਂ ਪਦਾਰਥ ਹੋ ਗਏ, ਜਾਂ ਪਹਿਨਣ ਵਾਲਾ ਕੱਪੜਾ ਹੋ ਗਿਆ, ਜਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਪਰਿਵਾਰਕ ਤੌਰ 'ਤੇ, ਸਮਾਜਿਕ ਤੌਰ 'ਤੇ ਕਰਦੇ ਹਾਂ, ਇਹਨਾਂ ਸਾਰੀਆਂ ਗੱਲਾਂ ਦਾ ਬੜੇ ਪਿਆਰ ਦੇ ਨਾਲ ਭਗਤ ਫਰੀਦ ਸਾਹਿਬ ਜੀ ਨੇ ਵਿਸਥਾਰ ਕੀਤਾ ਹੈ ਆਪਣੇ ਸ਼ਲੋਕਾਂ ਦੇ ਵਿੱਚ। ਆਓ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਜਿਤਨੇ ਵੀ ਮਾਈ ਭਾਈਜਾਨ ਗੁਰੂ ਚਰਨਾਂ ਵਿੱਚ ਸੱਜ ਕੇ ਬੈਠੇ ਹੋ, ਸਰਬੱਤ ਸੰਗਤ ਰਸਨਾ ਨੂੰ ਕਰੋ ਪਵਿੱਤਰ, ਗੁਰੂ ਚਰਨਾਂ ਵਿੱਚ ਝੁਕਾਈਏ ਸੀਸ। ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸ਼ਲੋਕ ਆਪ ਜੀ ਨੇ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1379 ਦੇ ਉੱਪਰ ਸੁਭਾਏਮਾਨ ਹੈ, ਤੇ ਲੜੀਵਾਰ ਸ਼ਲੋਕਾਂ ਦੇ ਵਿੱਚੋਂ 26 ਨੰਬਰ ਸ਼ਲੋਕ ਭਗਤ ਫਰੀਦ ਸਾਹਿਬ ਜੀ ਦਾ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਵੱਖ-ਵੱਖ ਵਿਸ਼ਿਆਂ 'ਤੇ ਗੱਲ ਕੀਤੀ ਹੈ, ਚਾਹੇ ਉਹ ਭਗਤ ਸਾਹਿਬਾਨਾਂ ਦੀ ਬਾਣੀ ਹੈ, ਚਾਹੇ ਪੱਟ ਸਾਹਿਬਾਨਾਂ ਦੀ ਬਾਣੀ, ਤੇ ਚਾਹੇ ਖੁਦ ਗੁਰੂ ਸਾਹਿਬ ਦੀ ਆਪ ਉਚਾਰਨ ਕੀਤੀ ਬਾਣੀ। ਕਿਉਂਕਿ ਜੀਵਨ ਦੇ ਹਰ ਪਹਿਲੂ ਤੋਂ ਗੱਲ ਬਾਣੀ ਦੇ ਵਿੱਚ ਕੀਤੀ ਗਈ ਹੈ। ਮੈਂ ਅਰਜ਼ ਕੀਤੀ ਸੀ ਤਨ 'ਤੇ ਪਹਿਨਣ ਵਾਲੇ ਕੱਪੜੇ ਦੀ, ਸਾਡੇ ਤੁਰਨ ਫਿਰਨ, ਸਾਡੇ ਬੋਲ ਚਾਲ, ਸਾਡੇ ਨਿਤਾ ਪ੍ਰਤੀ ਦੇ ਬਿਹੇਵੀਅਰ ਦਾ ਵੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਕਿਹੋ ਜਿਹਾ ਹੈ ਤੂੰ ਔਰ ਕਿਹੋ ਜਿਹਾ ਬਣਨਾ ਹੈ ਤੂੰ, ਕੀ ਕੁਝ ਛੱਡਣਾ ਹੈ ਤੂੰ ਤੇ ਕੀ ਕੁਝ ਜੀਵਨ ਵਿੱਚ ਕਮਾਉਣਾ ਹੈ ਤੂੰ। ਇਹਨਾਂ ਸਾਰੀਆਂ ਗੱਲਾਂ ਦਾ ਬੜੇ ਸੁੰਦਰ ਤਰੀਕੇ ਨਾਲ ਬਾਣੀ ਵਿੱਚ ਵਿਸਥਾਰ ਕੀਤਾ ਗਿਆ। ਦੁਨੀਆ ਦੇ ਅੰਦਰ ਰਹਿੰਦਿਆਂ ਬੰਦਾ ਬਹੁਤ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਤੋਂ ਡਰਦਾ ਹੈ, ਤੇ ਕਈ ਵਾਰੀ ਡਰਦਾ ਹੋਇਆ ਬੰਦਾ ਉਹਨਾਂ ਨੂੰ ਸੱਚ ਮੰਨ ਬੈਠਦਾ ਹੈ ਵੀ ਮੈਂ ਜੇ ਇਹਨਾਂ ਨੂੰ ਮੰਨਾਂਗਾ ਨਹੀਂ ਤੇ ਮੈਨੂੰ ਕਿਧਰੇ ਕੋਈ ਦੁੱਖ ਤਕਲੀਫ, ਕੋਈ ਮੁਸ਼ਕਲ ਮੇਰੇ ਜੀਵਨ ਵਿੱਚ ਨਾ ਆ ਪਵੇ। ਜੇ ਆਪਾਂ ਵੇਖੀਏ ਕਿ ਬੰਦਾ ਇੰਨਾ ਧਰਮੀ ਹੈ ਵੀ ਧਰਮ ਦੇ ਨਾਮ ਤੇ ਇੰਨੀ ਪੂਜਾ ਕਰਦਾ ਹੈ, ਨਹੀਂ ਮਾਫ ਕਰਨਾ, ਧਰਮ ਦੇ ਨਾਮ ਤੇ ਪੂਜਾ ਨਹੀਂ ਕਰਦਾ, ਉਹ ਡਰਿਆ ਹੋਇਆ ਪੂਜਾ ਕਰਦਾ ਹੈ। 75% ਲੋਕ ਦੁਨੀਆ ਭਰ ਦੇ ਅੰਦਰ ਉਹ ਨੇ ਜਿਹੜੇ ਸੰਸਿਆਂ ਦੇ ਵਿੱਚ ਡਰੇ ਹੋਏ ਰੱਬ ਦੀ ਪੂਜਾ ਕਰਦੇ ਨੇ, ਜਾਂ ਕਿਧਰੇ ਹੋਰ ਕਿਸੇ ਥਾਂ ਜਾਂ ਕਿਸੇ ਵਿਸ਼ੇਸ਼ ਸਥਾਨ ਤੇ ਜਾ ਕੇ, ਕਿਸੇ ਧਾਰਮਿਕ ਸਥਾਨ ਤੇ ਜਾ ਕੇ, ਜਾਂ ਫਿਰ ਕਿਧਰੇ ਕਿਸੇ ਖਾਸ ਵਿਅਕਤੀ ਜਾਂ ਮਨੁੱਖ ਦੀਆਂ ਗੱਲਾਂ ਚੋਂ ਸੁਣੇ ਹੋਈਆਂ ਡਰ ਦੀਆਂ ਗੱਲਾਂ, ਜਾਂ ਗੈਬੀ ਸ਼ਕਤੀਆਂ ਦੀਆਂ ਗੱਲਾਂ, ਗੈਬੀ ਤਾਕਤ ਦੀਆਂ ਗੱਲਾਂ ਜਿਹੜੀਆਂ ਬੰਦੇ ਨੂੰ ਰਾਤ ਦਿਨ ਡਰਾਉਂਦੀਆਂ ਨੇ, ਉਹਨਾਂ ਤੋਂ ਡਰਿਆ ਹੋਇਆ ਬੰਦਾ ਮਨੁੱਖਾਂ ਦੀ ਵੀ ਪੂਜਾ ਕਰਦਾ ਹੈ। ਪਾਪ ਤੇ ਪੁੰਨ ਦੀਆਂ ਸੁਣ ਕੇ ਕਹਾਣੀਆਂ ਬੰਦਾ ਪੂਜਾ ਕਰਦਾ ਹੈ। ਨਰਕ ਤੇ ਸਵਰਗ ਦੀਆਂ ਕਹਾਣੀਆਂ ਸੁਣ ਕੇ ਬੰਦਾ ਪੂਜਾ ਪ੍ਰਤਿਸ਼ਠਾ ਦੇ ਰਾਹ ਤੁਰ ਪਿਆ। ਅਰਜ਼ ਕਰਨ ਲੱਗਾ ਸੀ, ਬਹੁਤ ਸਾਰੇ ਉਹ ਕੰਮ ਨੇ ਜਿਨ੍ਹਾਂ ਦੀ ਬੰਦੇ ਨੂੰ ਲੋੜ ਨਹੀਂ ਹੈ, ਪਰ ਬੰਦਾ ਉਹ ਕਰ ਰਿਹਾ ਹੈ। ਕਿਉਂ ਕਰਦਾ ਹੈ? ਕਿਉਂਕਿ ਉਹਨਾਂ ਦਾ ਇੰਨਾ ਕੁ ਗੁਲਾਮ ਹੋ ਚੁੱਕਾ ਹੈ। ਜੋ ਨਹੀਂ ਕਰਨਾ ਉਹ ਕਰਦਾ ਹੈ, ਜੋ ਕਰਨਾ ਹੈ ਉਹ ਨਹੀਂ ਕਰਦਾ। ਬੜੀ ਕਮਾਲ ਦੀ ਗੱਲ ਹੈ ਵੀ ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਮਨੁੱਖ ਨੇ ਉਹ ਸਾਂਭ ਕੇ ਰੱਖੀਆਂ ਨੇ। ਇਉਂ ਕਹਿ ਲਈਏ ਵੀ ਕੋਈ ਜ਼ੌਰੀ ਦਾ ਪੁੱਤਰ, ਜ਼ੌਰੀ ਤਾਂ ਹੀਰਿਆਂ ਦਾ ਵਪਾਰ ਕਰਦਾ ਸੀ, ਉਹ ਤਾਂ ਹੀਰਿਆਂ ਦੀ ਪਰਖ ਕਰਦਾ ਸੀ। ਬੜਾ ਤਕੜਾ ਵਪਾਰੀ ਹੋਣ ਕਰਕੇ, ਹੀਰਿਆਂ ਦੀ ਪਰਖ ਕਰਕੇ ਉਹ ਹੀਰਿਆਂ ਦੇ ਵਪਾਰ ਵਿੱਚ ਲੱਗਾ ਸੀ। ਆਖਰ ਉਹਦੀ ਡੈਥ ਹੋ ਗਈ, ਉਹਦੀ ਮੌਤ ਹੋ ਗਈ। ਅੱਗੋਂ ਪੁੱਤਰ, ਉਹਨੇ ਸੋਚਿਆ ਵੀ ਮੇਰਾ ਪਿਤਾ ਜਿਹੜੀ ਚੀਜ਼ ਖਰੀਦਦਾ ਸੀ ਉਹਦਾ ਰੰਗ ਚਿੱਟਾ ਸੀ, ਜੋ ਚੀਜ਼ ਦਾ ਵਪਾਰ ਮੇਰਾ ਪਿਤਾ ਕਰਦਾ ਸੀ ਨਾ, ਉਹ ਬਸ ਲਿਸ਼ਕਾਂ ਮਾਰਦੀ ਸੀ, ਬੜੀ ਸੁੰਦਰ ਸੀ,
ਉਹਦਾ ਰੰਗ ਚਿੱਟਾ ਸੀ। ਇਤਿਆਦਿਕ ਗੱਲਾਂ ਉਹਨੇ ਜੋੜ ਕੇ, ਉਹਦਾ ਬਾਹਰੀ ਰੂਪ ਸਵਰੂਪ ਜੋੜ ਕੇ ਉਹਨੇ ਬਹੁਤ ਸਾਰੇ ਚਿੱਟੇ ਰੰਗ ਦੇ ਪੱਥਰ ਇਕੱਠੇ ਕਰਕੇ ਆਪਣੀਆਂ ਤਜ਼ੋਰੀਆਂ ਭਰ ਲਈਆਂ। ਜਦੋਂ ਤਜ਼ੋਰੀਆਂ ਭਰ ਲਈਆਂ ਉਹਨੇ, ਤੇ ਲੰਬਾ ਸਮਾਂ ਉਹ ਇਹੀ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦਾ ਰਿਹਾ। ਇਸੇ ਪੀਰੀਅਡ ਵਿੱਚੋਂ ਗੁਜ਼ਰਦਾ ਰਿਹਾ ਵੀ ਉਹਨੇ ਜਿੱਥੇ ਚਿੱਟੇ ਰੰਗ ਦਾ ਪੱਥਰ ਵੇਖਣਾ ਉਹਨੇ ਚੁੱਕ ਕੇ ਘਰ ਲੈ ਆਉਣਾ। ਮਾਂ ਨੇ ਬਥੇਰਾ ਸਮਝਾਉਣਾ ਵੀ ਪੁੱਤਰ ਤੂੰ ਕਰਦਾ ਕੀ ਹੈ? ਕਹਿੰਦਾ ਮਾਂ ਮੈਂ ਪਿਤਾ ਦੀ ਉਸ ਗੱਲ ਨੂੰ ਪੁਗਾਉਣਾ ਚਾਹੁੰਦਾ ਹੈ। ਮੇਰੇ ਪਿਤਾ ਨੇ ਹੀਰਿਆਂ ਦਾ ਵਪਾਰ ਕੀਤਾ ਸੀ, ਮੇਰੇ ਪਿਤਾ ਨੇ ਇਹਨਾਂ ਚੀਜ਼ਾਂ ਦਾ ਵਪਾਰ ਕੀਤਾ ਸੀ, ਇਸ ਲਈ ਮੈਂ ਉਹਨਾਂ ਦੀਆਂ ਲੀਹਾਂ ਤੇ ਤੁਰਨਾ ਚਾਹੁੰਦਾ। ਪਰ ਮਾਂ ਸਿਆਣੀ ਹੈ ਤੇ ਪੁੱਤਰ ਚੰਚਲ ਹੈ। ਮਾਂ ਕਹਿੰਦੀ ਬੱਚਿਆ ਤੂੰ ਆਪਣੇ ਪਿਤਾ ਦੀਆਂ ਲੀਹਾਂ ਤੇ ਚੱਲੇ ਤੇ ਮੁਬਾਰਕ ਹੈ, ਪਰ ਜੇ ਤੂੰ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੋਂ ਭਟਕ ਗਿਓ ਤੇ ਇਹ ਗੱਲ ਬੜੀ ਹਾਨੀਕਾਰਕ ਹੋਵੇਗੀ। ਮਾਂ ਬਾਰ-ਬਾਰ ਸਮਝਾਉਂਦੀ ਹੈ। ਬੱਚਾ ਚੰਚਲ ਹੈ, ਭਰ ਜਵਾਨੀ ਦੀ ਉਮਰ ਹੈ, ਪਰ ਪਤਾ ਨਹੀਂ ਹੈ ਵੀ ਅਸਲੀਅਤ ਕੀ ਹੈ ਤੇ ਨਕਲ ਕੀ ਹੈ। ਉਹਨੇ ਜਦ ਜਿੱਥੇ ਵੀ ਉਹਨੂੰ ਚਿੱਟੇ ਰੰਗ ਦਾ ਪੱਥਰ ਮਿਲਣਾ, ਉਹਨੇ ਸੋਹਣਾ ਤੇ ਸੁੰਦਰ ਵੇਖ ਕੇ ਉਹਨੂੰ ਪੱਲੇ ਵਿੱਚ ਬੰਨ੍ਹਣਾ, ਲਿਆ ਕੇ ਲੁਕਾ ਕੇ ਘਰ ਦੀਆਂ ਉਹਨਾਂ ਤਜ਼ੋਰੀਆਂ ਤੇ ਗੱਲਿਆਂ ਦੇ ਵਿੱਚ ਲੌਕ ਕਰਕੇ ਰੱਖ ਦੇਣਾ, ਜਿੱਥੇ ਪਿਤਾ ਕੀਮਤੀ ਚੀਜ਼ਾਂ ਨੂੰ ਲੌਕ ਕਰਕੇ ਰੱਖਦਾ ਸੀ। ਆਖਰ ਇਸੇ ਤਰ੍ਹਾਂ ਕੋਈ ਉਹਦੇ ਪਿਤਾ ਪਿਤਾਮਾ ਦਾ ਜਿਹੜਾ ਮਿੱਤਰ ਸੀ, ਉਹ ਵੀ ਜੌਹਰੀ ਸੀ। ਲੰਬਾ ਸਮਾਂ ਬੀਤਣ ਤੋਂ ਬਾਅਦ ਉਹ ਉਹਦੇ ਘਰ ਵਿੱਚ ਪਹੁੰਚਿਆ, ਮਿਲਣ ਵਾਸਤੇ ਆਇਆ। ਉਹਨੇ ਆ ਕੇ ਆਵਾਜ਼ ਦਿੱਤੀ ਹੈ, ਨਾਮ ਲੈ ਕੇ ਆਵਾਜ਼ ਦਿੱਤੀ ਹੈ, ਤੇ ਅੱਗੋਂ ਬੱਚੇ ਨੇ ਜਿਉ ਆਇਆ ਆਖਿਆ ਵੀ ਆਓ ਤੁਸੀਂ, ਕਿਵੇਂ ਆਉਣਾ ਹੋਇਆ ਤੁਹਾਡਾ? ਤੇ ਉਸ ਵਿਅਕਤੀ ਨੇ ਬੱਚੇ ਦੇ ਪਿਤਾ ਦਾ ਨਾਮ ਲੈ ਕੇ ਆਖਿਆ ਵੀ ਮੈਂ ਫਲਾਣਾ ਸਿੰਘ ਵਿਅਕਤੀ ਨੂੰ, ਜੌਹਰੀ ਨੂੰ ਮਿਲਣ ਵਾਸਤੇ ਆਇਆ। ਕਹਿੰਦੇ ਉਹਨਾਂ ਦੀ ਤਾਂ ਡੈਥ ਹੋ ਚੁੱਕੀ ਹੈ। ਫਿਰ ਹੁਣ ਉਹਨਾਂ ਦੀ ਜਗ੍ਹਾ ਤੇ ਕੌਣ ਉਹਨਾਂ ਦਾ ਕੰਮਕਾਜ ਸੰਭਾਲਦਾ ਹੈ? ਉਹਨਾਂ ਤੋਂ ਬਾਅਦ ਫਿਰ ਕੰਮਕਾਜ ਕਿਹਨੇ ਸ਼ੁਰੂ ਕੀਤਾ ਹੈ? ਬੱਚੇ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਹੁਣ ਮੈਂ ਚੱਲ ਰਿਹਾ। ਤੇ ਉਹ ਜਿਹੜਾ ਸੱਜਣ ਸੀ ਨਾ ਬਾਹਰੋਂ ਆਇਆ, ਉਹਦੇ ਬੱਚੇ ਦੇ ਪਿਤਾ ਦਾ ਦੋਸਤ ਜਿਹੜਾ ਸੀ, ਬੜਾ ਖੁਸ਼ ਹੋਇਆ ਵੀ ਬੱਚੇ ਨੇ ਆਪਣੇ ਪਿਤਾ ਦੇ ਕੰਮਕਾਜ ਨੂੰ ਸੰਭਾਲ ਲਿਆ। ਹੈਰਾਨੀ ਜਿਹੀ ਜਤਾ ਕੇ ਉਹਨੇ ਪੁੱਛਿਆ ਬੇਟਾ ਤੁਹਾਨੂੰ ਪਰਖ ਹੈ, ਤੁਸੀਂ ਜੌਹਰੀ ਹੋ? ਕਹਿਣ ਲੱਗਾ ਜੀ ਹਾਂ ਬਿਲਕੁਲ, ਮੈਨੂੰ ਪਤਾ ਹੈ ਜਿਵੇਂ ਜਿਵੇਂ ਮੇਰਾ ਪਿਤਾ ਕਰਦਾ ਸੀ ਸੱਚਮੁੱਚ ਮੈਂ ਉਵੇਂ ਹੀ ਕਰ ਰਿਹਾ। तो उस जौहरी सज्जण ने दोबारा फिर सवाल किया, आखन लगा भी बच्चिया पूंजी किन्नी क तुहाडे कोल, किन्ना क धन है तुहाडे कोल, किन्ने क माल है हीरियां दे रूप विच तुहाडे कोल? ते अगों उस बच्चे ने आख्या जी मेरे जिन्ने तां हीरे दुनिया दे किसे मनुख कोल नहीं होने। ते उस सज्जण हक्का बक्का रह के उन्हें बड़ी वड्डी जग्यासा पैदा की भी पुछां तां सही भी किहड़े हीरे ने, कित्थों खरीददा है, किन्ने क वपारी लोग तेरे कोले आउंदे जांदे ने। उन्हें विस्तार दे नाल पुछण दा यतन कीता ते नाल उन्हें कहा भी मैनूं दिखा तेरे कोले किहड़ी क्वालिटी है, किहो जी सुंदरता तेरे हीरियां दी, किन्ने क सुंदर ने जां किन्ने क महंगे ने ये हीरे, मैनूं एक वारी विखा तां सही। ते उस बच्चे ने जदों तजोरी दा गल्ला खोल के, वो तजोरी खोल के ते लिया के सामने रखे ने, उन्हें मत्थे नूं हथ मार के सियाणे सज्जण जौहरी ने आख्या वो तां हीरे नहीं है। कहण लगा क्यों? कहंदा इन्हां दी रूप रेखा हीरियां वर्गी जरूर है, पर इन्हां दे विच तां असलीयत नहीं है। तां तू पत्थर चुक के इकट्ठे करके ते एवें फोका हंकार चुक के तुरया फिरदा भी मेरे जिन्ने हीरे दुनिया दे भर दे विच किसे कोल नहीं है। ये तां पत्थर ने महज, ते तू सारी जिंदगी पत्थर ही इकट्ठा करदा रहेगा जे तैनूं हीरियां दी परख ना आई तां। ते उस बच्चे ने बड़ी उत्सुकता दे नाल पुछया भी अंकल मेरे पिता दे दोस्त तुसी फिर दसो ये कि हीरा असली किहो जिहा हुंदा है। उस बच्चे नूं उंगली लाया ते नाल लै गया। उन्हें परख करके बस उहदे कोल एक हीरा सी, उन्हें दिखाया भी आ तू अपना पत्थर भी चुक नाल ते मेरे कोल आ, मैं तेनूं दिखावां भी असली हीरा की हुंदा है। अपने घर विच लै गया। उन्हें घर दे विचों ओ तजोरी दे विचों गले दे विचों कढिया हीरा ते उन्होंने दिखाया है।
ਹੀਰੇ ਦੀ ਪਰਖ ਕਰਨੀ ਦੱਸੀ ਹੈ ਵੀ ਬੰਦ ਕਮਰੇ ਦੇ ਵਿੱਚ, ਹਨੇਰੇ ਵਾਲੇ ਕਮਰੇ ਦੇ ਵਿੱਚ ਹੀਰੇ ਨੂੰ ਰੱਖੋ ਤੇ ਆਪਣੇ ਆਪ ਉਹਦੀ ਰੌਸ਼ਨੀ ਦੇ ਨਾਲ ਚਾਨਣ ਹੁੰਦਾ ਕਮਰੇ 'ਚ। ਜਦੋਂ ਹੀਰੇ ਦੀ ਪਰਖ ਕਰਕੇ ਦਿਖਾਈ ਤੇ ਬੱਚਾ ਬੜਾ ਹੈਰਾਨ ਹੋਇਆ। ਉਹ ਕਹਿੰਦਾ ਮੇਰੇ ਪਿਤਾ ਦੀ ਡੈਥ ਹੋਈ ਨੂੰ ਘੱਟੋ ਘੱਟ ਹੁਣ ਤੱਕ ਜਿਹੜਾ 5 ਤੋਂ 7 ਸਾਲ ਹੋ ਗਏ ਨੇ, ਤੇ ਇਹ ਕੰਮ ਮੈਂ ਉਦੋਂ ਦਾ ਸ਼ੁਰੂ ਕੀਤਾ। ਇਹਦਾ ਅਰਥ ਜਿਹੜੇ ਮੇਰੀ ਜ਼ਿੰਦਗੀ ਦੇ 7 ਸਾਲ ਸੀ ਉਹ ਨਕਲ ਇਕੱਠੀ ਕਰਦਿਆਂ ਹੀ ਰਹਿ ਗਏ, ਉਹ ਤਾਂ ਗੁਜ਼ਰ ਗਏ, ਮੈਂ ਨਕਲ ਇਕੱਠੀ ਕਰਦਾ ਰਹਿ ਗਿਆ, ਮੈਂ ਤਾਂ ਪੱਥਰਾਂ ਦਾ ਵਪਾਰੀ ਬਣ ਕੇ ਰਹਿ ਗਿਆ। ਇੰਨਾ ਸਮਾਂ 7 ਸਾਲ ਦਾ ਸਮਾਂ ਮੇਰੇ ਜੀਵਨ ਦੇ ਵਿੱਚੋਂ ਬਰਬਾਦ ਹੋ ਗਿਆ। ਕਾਸ਼ ਜੇ ਇਹ 7 ਸਾਲ ਮੈਂ ਅਸਲੀਅਤ ਦੇ ਵਾਸਤੇ ਲਾਏ ਹੁੰਦੇ ਨਾ ਤੇ ਮੇਰਾ ਸਫਲ ਹੋ ਜਾਣਾ ਸੀ ਇਹਨਾਂ 7 ਸਾਲਾਂ ਦੇ ਵਿੱਚ, ਤੇ ਮੈਂ ਬੜਾ ਵੱਡਾ ਅਮੀਰ ਬਣ ਜਾਣਾ ਸੀ। ਉਸ ਸੱਜਣ ਨੇ ਉਹਨੂੰ ਹੌਸਲਾ ਦੇ ਕੇ ਆਖਿਆ, ਬੱਚਿਆ ਤੇਰੇ ਵਰਗਾ ਤੇ ਭਾਗਾਂ ਵਾਲਾ ਹੀ ਕੋਈ ਨਹੀਂ, ਜਿਹਨੂੰ ਇੰਨੀ ਕੁ ਪਰਖ ਆ ਗਈ ਹੈ ਤੇ ਨਕਲ ਕੀ ਹੁੰਦੀ ਹੈ ਤੇ ਅਸਲ ਕੀ ਹੁੰਦੀ ਹੈ। ਜੇ ਅੱਜ ਤੈਨੂੰ ਸਮਝ ਲੱਗ ਗਈ ਨਾ ਵੀ ਨਕਲ ਜਿਹੜੀ ਹੈ ਉਹਨੇ 7 ਸਾਲ ਬਰਬਾਦ ਕਰ ਦਿੱਤੇ ਹੈ, ਫਿਰ ਇਹਦਾ ਅਰਥ ਹੈ ਕਿ ਤੂੰ ਅੱਜ ਤੋਂ ਅਸਲ ਵਾਲੇ ਪਾਸੇ ਨੂੰ ਤੁਰ ਪਿਆ। ਜੇ ਤੂੰ 1 ਸਾਲ ਵੀ ਅਸਲ ਦੇ ਵਾਲੇ ਪਾਸੇ ਲਾ ਲਿਆ ਨਾ ਤੇ ਤੇਰਾ 7 ਸਾਲਾਂ ਤੋਂ ਕਿਤੇ ਜਾ ਕੇ 14 ਸਾਲਾਂ ਵਰਗਾ ਹੋ ਜਾਣਾ ਹੈ, ਅੱਗੇ ਵੱਧ ਕੇ 14 ਸਾਲਾਂ ਵਰਗਾ ਹੋ ਜਾਣਾ। ਤੂੰ 1 ਸਾਲ ਅਸਲੀਅਤ ਵੱਲ ਨੂੰ ਤੁਰ ਪਾ। ਉਹਦਾ ਭਾਵ ਸੀ ਕਿ ਜਦੋਂ ਇਹ ਬੱਚਾ ਅਸਲੀਅਤ ਵੱਲ ਨੂੰ ਤੁਰੇਗਾ, ਅਸਲੀ ਚੀਜ਼ਾਂ ਦਾ ਵਪਾਰ ਕਰਨ ਨੂੰ ਤੁਰੇਗਾ, ਉਦੋਂ ਫਿਰ ਇਹ ਨਕਲ ਦੀ ਕੋਈ ਅਹਿਮੀਅਤ ਨਹੀਂ ਸਮਝੇਗਾ। ਜਦੋਂ ਮਨੁੱਖ ਜੀਵਨ ਦੇ ਅੰਦਰ ਗੁਣਾਂ ਦਾ ਵਪਾਰ ਕਰੇਗਾ, ਉਦੋਂ ਅਵਗੁਣਾਂ ਦੀ ਕੋਈ ਅਹਿਮੀਅਤ ਨਹੀਂ ਜਾਣੇਗਾ। ਹੁਣ ਤੱਕ ਬੰਦੇ ਨੇ ਜਿੰਨਾ ਕੁਝ ਇਕੱਤਰ ਕੀਤਾ ਹੈ ਨਾ, ਜੋ ਬੰਦਾ ਇਕੱਠਾ ਕਰਦਾ ਹੈ, ਮਹਾਰਾਜ ਦੀ ਬਾਣੀ ਆਖਦੀ ਹੈ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ। ਗਰੀਬ ਨਵਾਜ ਕਹਿੰਦੇ ਜਿੰਨਾ ਕੁਝ ਬੰਦਾ ਇਕੱਠਾ ਕਰਦਾ ਹੈ ਨਾ, ਬਸ ਉਹ ਉਸ ਵਿਅਕਤੀ ਵਰਗਾ ਹੈ ਜਿਹਨੇ ਸਾਰੀ ਜ਼ਿੰਦਗੀ ਪੱਥਰ ਇਕੱਠੇ ਕੀਤੇ ਨੇ, ਹੀਰਿਆਂ ਦਾ ਨਾਮ ਲੈ ਲੈ ਕੇ ਪੱਥਰ ਹੀ ਇਕੱਠੇ ਕਰਦਾ ਰਿਹਾ। ਤੇ ਅਜਿਹਾ ਕੁਝ ਵਾਪਰਿਆ ਧਰਮ ਦੀ ਦੁਨੀਆ ਦੇ ਵਿੱਚ। ਬੰਦਾ ਧਾਰਮਿਕ ਤੌਰ ਤੇ, ਬਾਹਰੀ ਅਰੂਪ ਸਵਰੂਪ ਦੇ ਤੌਰ ਤੇ, ਜਾਂ ਫਿਰ ਬਾਹਰੀ ਕਰਮ ਧਰਮ ਦੇ ਤੌਰ ਤੇ ਤਾਂ ਕਹਿੰਦਾ ਮੈਂ ਧਰਮੀ ਹਾਂ ਜਾਂ ਧਰਮ ਦਾ ਕੰਮ ਕਰ ਰਿਹਾ, ਪਰ ਧਰਮ ਜ਼ਿੰਦਗੀ ਦੇ ਅੰਦਰ ਨੇੜੇ ਤੇੜੇ ਵੀ ਨਹੀਂ ਟੁਕਦਾ। ਕਿਉਂ? ਕਿਉਂਕਿ ਆਖਦਾ ਜ਼ਰੂਰ ਹੈ ਮੈਂ ਜ਼ੌਹਰੀ ਹਾਂ, ਆਖਦਾ ਜ਼ਰੂਰ ਹੈ ਮੈਂ ਹੀਰਿਆਂ ਦਾ ਵਪਾਰ ਕਰਦਾ, ਪਰ ਕਰਦਾ ਤੇ ਪੱਥਰ ਇਕੱਠੇ ਹੈ। ਬੰਦਾ ਆਖਦਾ ਜ਼ਰੂਰ ਹੈ ਮੈਂ ਧਰਮੀ ਹਾਂ, ਮੈਂ ਧਰਮ ਦੇ ਕਰਮ ਕਰਦਾ, ਪਰ ਉਹਦੇ ਵਿੱਚੋਂ ਧਰਮ ਦੀ ਪ੍ਰਾਪਤੀ ਨਹੀਂ, ਕੇਵਲ ਤੇ ਕੇਵਲ ਕੱਚਾ ਧਨ ਬੰਦਾ ਇਕੱਠਾ ਕਰਦਾ ਹੈ। ਸਤ ਸੰਗੀ ਜਨ ਨੂੰ ਜ਼ੌਹਰੀ ਆਖਦੇ ਨੇ। ਜਿਹਨੂੰ ਇੰਨੀ ਕੁ ਪਰਖ ਕਰਨੀ ਆ ਜਾਵੇ ਮੇਰਾ ਗੁਰੂ ਕੌਣ ਹੈ ਤੇ ਮੈਂ ਕਿਸ ਕੋਲ ਜਾਣਾ ਹੈ, ਉਹਨੂੰ ਜ਼ੌਹਰੀ ਕਹਿੰਦੇ ਨੇ। ਤੇ ਸਿੱਖ ਨੂੰ ਮਹਾਰਾਜ ਨੇ ਜ਼ੌਹਰੀ ਬਣਾਇਆ ਵਾ ਵੀ ਤੇਰੀ ਪਰਖ ਬੁੱਧੀ ਇੰਨੀ ਕੁ ਹੋਵੇ ਤੂੰ ਕਿਧਰੇ ਸੱਚ ਦੇ ਮਾਰਗ ਤੋਂ ਭਟਕ ਨਾ ਜਾਵੇਂ। ਤੇ ਸਿੱਖ ਦੀ ਇੰਨੀ ਕੁ ਤੀਖਣ ਬੁੱਧੀ ਹੋਣੀ ਚਾਹੀਦੀ ਹੈ ਕਿ ਜੋ ਮੈਂ ਇਕੱਤਰ ਕਰਨਾ ਉਹ ਕੱਚਾ ਨਾ ਹੋਵੇ। ਜਿਹੜੀ ਚੀਜ਼ ਮੈਂ ਪੱਲੇ ਵਿੱਚ ਬੰਨਣੀ ਹੈ ਨਾ, ਉਹ ਮੇਰੀ ਸੰਤੁਸ਼ਟੀ ਕਰਨ ਵਾਲੀ ਹੋਵੇ, ਮੈਨੂੰ ਦੁਬਿਧਾ ਵਿੱਚ ਪਾਉਣ ਵਾਲੀ ਨਾ ਹੋਵੇ। ਪਰ ਸੱਚ ਇਹ ਹੈ ਕਿ ਜਿੰਨਾ ਕੁਝ ਬੰਦਾ ਇਕੱਤਰ ਕਰ ਰਿਹਾ ਹੈ ਨਾ, ਉਹਦੇ ਵਿੱਚ 1% ਵੀ ਜਿਹੜਾ ਸਾਡੀ ਬੁੱਧੀ ਦਾ ਵਿਕਾਸ ਕਰਨ ਵਾਲਾ ਕੁਝ ਵੀ ਨਹੀਂ ਹੈ। ਉਹਦੇ 'ਚ ਤਾਂ ਕੱਚਾ ਧਨ ਹੈ, ਉਹਦੇ 'ਚ ਗੱਲਾਂ ਹੀ ਉਹ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨਹੀਂ। ਮਾਫ ਕਰਨਾ, ਅਜੇ ਇਹ ਗੱਲਾਂ ਤਾਂ ਇਦਾਂ ਦੀਆਂ ਲੱਗਣਗੀਆਂ ਕਿਉਂਕਿ ਅਸੀਂ ਜਿਹੜੀਆਂ ਗੱਲਾਂ ਪਾਲ ਕੇ ਬੈਠੇ ਹਾਂ ਉਹਨੂੰ ਛੱਡ ਕੇ ਥੋੜ੍ਹਾ ਜਿਹਾ ਉੱਪਰ ਹੋ ਜਾਈਏ ਉਹਦੇ ਤੋਂ। ਜੋ ਅਸੀਂ ਕਰਦੇ ਹਾਂ ਨਾ ਜਿੰਨੀ ਦੇਰ, ਉਸ ਤੋਂ ਅਸੀਂ ਤਾਂ ਨਹੀਂ ਉੱਠਦੇ। ਉਹ ਤਾਂ ਉੱਠਣ ਦੀ ਲੋੜ ਹੈ, ਉਹਨਾਂ ਚੀਜ਼ਾਂ ਨੂੰ ਛੱਡਣ ਦੀ ਲੋੜ ਹੈ ਜਿਹੜੀਆਂ ਜਿਸ ਜ਼ਿੰਦਗੀ 'ਚ ਅਸੀਂ ਜਿਉ ਰਹੇ ਹਾਂ, ਇਸ ਲੈਵਲ ਨੂੰ ਛੱਡ ਦਈਏ, ਇਹਦੇ ਤੋਂ ਥੋੜ੍ਹਾ ਜਿਹਾ ਉੱਪਰ ਹੋ ਕੇ ਦੇਖੀਏ। ਅਜੇ ਤਾਂ ਸਾਨੂੰ ਆਪਣਾ ਦੁੱਖ ਹੀ ਬੜਾ ਵੱਡਾ ਦੁੱਖ ਲੱਗਦਾ ਹੈ। ਅਜੇ ਤਾਂ ਅਸੀਂ ਇਉਂ ਸੋਚਦੇ ਹਾਂ ਵੀ ਜਿਹੜਾ ਦੁੱਖ ਮੈਨੂੰ ਹੈ ਨਾ, ਇਹਦੇ ਵਰਗਾ ਦੁੱਖ ਕਿਸੇ ਨੂੰ ਨਹੀਂ ਹੋਣਾ। ਪਰ ਜਦੋਂ ਫਰੀਦ ਸਾਹਿਬ ਜ਼ਿਕਰ ਕਰਦੇ, ਫਰੀਦ ਸਾਹਿਬ ਕਹਿੰਦੇ ਵੀ ਥੋੜ੍ਹਾ ਜਿਹਾ ਉੱਚਾ ਹੋ ਕੇ ਵੇਖੇਗਾ ਫਿਰ ਤੈਨੂੰ ਪਤਾ ਲੱਗੇਗਾ ਤੇਰੇ ਨਾਲੋਂ 10 ਗੁਣਾ ਵੱਧ ਲੋਕ ਦੁਖੀ ਦੁਨੀਆ 'ਚ ਬੈਠੇ ਨੇ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉੱਚੇ ਚੜ੍ਹ ਕੇ ਦਾ ਅਰਥ ਕਿਸੇ ਕੋਠੇ ਤੇ ਚੜ੍ਹ ਕੇ ਥੋੜ੍ਹੀ ਦੇਖਣਾ,
ਤੂੰ ਆਪਣਾ ਮਾਨਸਿਕ ਪੱਧਰ ਉੱਚਾ ਕਰਕੇ ਵੇਖ, ਆਪਣਾ ਆਤਮਿਕ ਅਧਿਆਤਮਿਕ ਜੀਵਨ ਜਿਹੜਾ ਇਹਨੂੰ ਉੱਚਾ ਕਰ, ਫਿਰ ਤੈਨੂੰ ਪਤਾ ਲੱਗੇਗਾ ਦੁਨੀਆ ਵਿੱਚ, ਸੰਸਾਰ ਦੇ ਵਿੱਚ ਕੀ ਕੁਝ ਵਾਪਰਦਾ ਹੈ। ਕਿੰਨੇ ਕੁ ਲੋਕ ਧਰਮ ਕਮਾ ਰਹੇ ਨੇ ਜੀਵਨ ਵਿੱਚ, ਕਿੰਨੇ ਕੁ ਲੋਕ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜਦੇ ਨੇ, ਕਿੰਨੇ ਕੁ ਲੋਕ ਇਮਾਨਦਾਰੀ ਤੇ ਪਰਖ ਬੁੱਧੀ ਦੇ ਨਾਲ ਜਿਉਂਦੇ ਨੇ, ਕਿੰਨੇ ਕੁ ਲੋਕ ਹੰਕਾਰ ਦੀਆਂ ਪੰਡਾਂ ਸਿਰ ਤੇ ਬੰਨ੍ਹ ਕੇ ਜਿਉਂਦੇ ਨੇ। ਇਹ ਸਾਰਾ ਕੁਝ ਤਾਂ ਪਤਾ ਲੱਗੇਗਾ ਆਪਣਾ ਅਧਿਆਤਮਿਕ ਤੌਰ ਤੇ, ਆਤਮਿਕ ਤੌਰ ਤੇ ਆਪਣਾ ਇਹ ਜੀਵਨ ਦਾ ਪੱਧਰ ਥੋੜ੍ਹਾ ਜਿਹਾ ਉੱਚਾ ਕਰਕੇ ਵੇਖ, ਦੁਨੀਆ ਵਾਲਿਆਂ ਨਾਲੋਂ ਲੈਵਲ ਉੱਚਾ ਕਰਕੇ ਵੇਖ। ਪਰ ਬੰਦੇ ਦਾ ਸੁਭਾਅ ਦੁਨੀਆ ਵਿੱਚ ਰਹਿੰਦਾ ਤੇ ਕਹਿੰਦਾ ਮੈਂ ਦੁਨੀਆ ਨਾਲ ਜਿਉਣਾ, ਲੋਕਾਂ ਵੱਲ ਵੇਖ ਕੇ ਜਿਉਣਾ ਹੈ, ਲੋਕ ਕਿਹੋ ਜਿਹਾ ਖਾਂਦੇ ਨੇ, ਕਿਹੋ ਜਿਹਾ ਪਹਿਨਦੇ ਨੇ, ਇੱਦਾਂ ਦੀਆਂ ਤੇ ਬੰਦਾ ਨਕਲਾਂ ਕਰਦਾ ਹੈ। ਕਿਸੇ ਪ੍ਰੋਗਰਾਮ ਤੇ ਜਾਵੋ, ਕਿਸੇ ਨੇ ਕੋਈ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਾਏ ਹੋਣ ਤੇ ਬੰਦਾ ਮਨ ਹੀ ਮਨ, ਭਾਵੇਂ ਕਿਸੇ ਨੂੰ ਦੱਸੇ ਚਾਹੇ ਨਾ ਦੱਸੇ, ਮਨ ਹੀ ਮਨ ਸੋਚਦਾ ਵੀ ਮੈਂ ਵੀ ਇੱਦਾਂ ਦੇ ਪਾਵਾਂਗਾ। ਕਰ ਗਿਆ ਨਾ ਨਕਲ। ਫਿਰ ਕਿਸੇ ਨੇ ਕੋਈ ਵਿਸ਼ੇਸ਼ ਚੀਜ਼ ਖਰੀਦੀ ਹੋਵੇ, ਆਪਣੇ ਵਾਸਤੇ ਲਿਆਂਦੀ ਹੋਵੇ, ਲੋੜ ਵਾਲੀ ਚੀਜ਼ ਵਸਤੂ ਕੋਈ, ਤੇ ਬੰਦਾ ਮਨ ਹੀ ਮਨ ਸੋਚਦਾ ਵੀ ਮੈਂ ਵੀ ਲੈ ਕੇ ਆਵਾਂਗਾ, ਇਹਦੇ ਵਰਗੀ ਨਕਲ ਮੈਂ ਵੀ ਕਰਾਂਗਾ। ਹਰ ਚੀਜ਼ ਦੀ ਬੰਦਾ ਨਕਲ ਕਰਦਾ ਹੈ। ਤੇ ਕੋਈ ਬੰਦਾ ਬਾਣੀ ਪੜ੍ਹਦਾ ਹੋਵੇ ਨਾ, ਤੇ ਕਦੀ ਨਹੀਂ ਬੰਦਾ ਕਹਿੰਦਾ ਜੇ ਇਹ ਪੜ੍ਹਦਾ ਤੇ ਮੈਂ ਵੀ ਪੜ੍ਹਾਂਗਾ। ਜਿਹਦੇ ਅੰਦਰ ਇਮਾਨਦਾਰੀ ਹੈ ਨਾ, ਕਿਸੇ ਦਾ ਰਾਹ ਵਿੱਚ ਡਿੱਗਾ ਹੋਇਆ ਖਜ਼ਾਨਾ ਇਹਨੇ ਚੁੱਕ ਕੇ ਦੇ ਦਿੱਤਾ, ਕਾਸ਼ ਮੇਰੇ ਤੇ ਇਹੋ ਜਿਹਾ ਸਮਾਂ ਬਣੇ, ਮੈਨੂੰ ਰਾਹ ਦੇ ਵਿੱਚੋਂ ਕੋਈ ਖਜ਼ਾਨਾ ਮਿਲੇ ਤਾਂ ਸੱਚਾ ਪਾਤਸ਼ਾਹ ਮੈਨੂੰ ਇੰਨੀ ਕੁ ਮੱਤ ਬੁੱਧ ਬਖਸ਼ੀ ਵੀ ਮੈਂ ਵੀ ਇਹਦੇ ਵਾਂਗੂ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕਰਾਂ। ਇਹਨੂੰ ਕਹਿੰਦੇ ਨੇ ਸੱਚਾ ਧਨ ਇਕੱਤਰ ਕਰਨਾ। ਇਹਨੂੰ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਚੰਗਿਆਈ ਨੂੰ ਖੱਟਣਾ। ਇਸ ਢੰਗ ਨਾਲ ਚੰਗਿਆਈ ਖੱਟੀ ਜਾਂਦੀ ਹੈ। ਪਰ ਜਿਸ ਲੈਵਲ ਤੇ ਅਸੀਂ ਜਿਉ ਰਹੇ ਨਾ, ਇੱਥੇ ਸਾਡੇ ਵਰਗੇ ਹੀ ਨੇ ਸਾਰੇ। ਬੰਦਾ ਦੁਨੀਆ ਦੇ ਸੁਭਾਅ ਨਾਲ ਸੁਭਾਅ ਰਲਾ ਕੇ ਚੱਲ ਰਿਹਾ। ਮੈਂ ਤਾਂ ਲੋਕਾਂ ਦੇ ਨਾਲ ਚੱਲਾਂਗਾ, ਮੈਂ ਤਾਂ ਦੁਨੀਆ ਦੇ ਨਾਲ ਚੱਲਾਂਗਾ। ਮਾਫ ਕਰਨਾ, ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁੰਨਾ, ਦੁਨੀਆ ਸਾਡੇ ਨਾਲੋਂ 10 ਕਦਮ ਪਿੱਛੇ ਹੋਵੇਗੀ ਤੇ ਅਸੀਂ ਆਪਣੇ 10 ਕਦਮ ਅੱਗੇ ਜਾਣਾ ਜਾਂ ਪਿਛਾਂਹ ਨੂੰ ਜਾਣਾ ਹੈ। ਜੇ ਦੁਨੀਆ ਵਿੱਚ ਰਹਿ ਕੇ ਦੁਨੀਆ ਵਾਲਿਆਂ ਦੇ ਨਾਲ ਚੱਲਣਾ, ਮਹਾਰਾਜ ਦੀ ਬਾਣੀ ਤਾਂ ਆਖਦੀ ਹੈ, ਦੁਨੀਆ ਨਾ ਸਾਲਾ ਜੋ ਮਰ ਵੰਝਸੀ, ਲੋਕਾਂ ਨਾ ਸਾਲਾ ਜੋ ਮਰ ਖਾਕ ਥੀ। ਦੁਨੀਆ ਦੀ ਸਿਫਤ ਸਲਾਹ ਕਰਦਾ ਵਾਂ ਵੀ ਤੇ ਫਨਾ ਫਿੱਲਾ ਹੋਣ ਵਾਲੀ ਹੈ। ਦੁਨੀਆ ਬੰਦੇ ਨੇ ਕਰ ਕਰਕੇ, ਦੁਨੀਆ ਦੀਆਂ ਗੱਲਾਂ ਕਰ ਕਰਕੇ, ਵੀ ਦੁਨੀਆ ਵੀ ਤਾਂ ਤੁਰੀ ਫਿਰਦੀ ਹੈ ਨਾ, ਦੁਨੀਆ ਵੀ ਤਾਂ ਕੁਝ ਕਰਦੀ ਹੈ ਨਾ। ਬੰਦੇ ਨੇ ਕਿੰਨੀਆਂ ਮਿਸਾਲਾਂ ਦਿੱਤੀਆਂ ਨੇ। ਵੇਖੋ ਜੀ, ਤੁਸੀਂ ਸਾਨੂੰ ਹੀ ਕਿਉਂ ਕਹਿੰਦੇ ਹੋ, ਦੁਨੀਆ 'ਚ ਵੀ ਤਾਂ ਕੁਝ ਵਾਪਰਦਾ ਹੈ ਨਾ। ਇਹ ਬੰਦੇ ਦੀਆਂ ਦਲੀਲਾਂ ਨੇ, ਮਾਫ ਕਰਨਾ। ਪਰ ਗਰੀਬ ਨਵਾਜ ਪਾਤਸ਼ਾਹ ਬਾਣੀ ਵਿੱਚ ਪਤਾ ਕੀ ਕਹਿੰਦੇ ਨੇ? ਸਤਿਗੁਰੂ ਕਹਿੰਦੇ, ਦੁਨੀਆ ਕਾਰਨ ਦੀਨ ਗਵਾਇਆ। ਜੇ ਤੂੰ ਦੁਨੀਆ ਦੀ ਮਿਸਾਲ ਦੇਣਾ ਨਾ, ਤੇ ਦੁਨੀਆ ਕਰਕੇ ਤੇ ਤੇਰਾ ਈਮਾਨ ਗਵਾਚਦਾ ਜਾ ਰਿਹਾ, ਤੇਰਾ ਦੀਨ ਧਰਮ ਮਜ਼ਹਬ ਜਿਹੜਾ ਭ੍ਰਸ਼ਟ ਹੁੰਦਾ ਜਾ ਰਿਹਾ। ਕਿਸ ਕਰਕੇ? ਦੁਨੀਆ ਕਰਕੇ। ਦੁਨੀਆ ਵਿੱਚ ਤਾਂ ਬੜੇ ਕੋਝੇ ਲੋਕ ਨੇ, ਬੜੇ ਕਰਪਟ ਲੋਕ ਨੇ ਦੁਨੀਆ ਦੇ ਵਿੱਚ। ਪਰ ਜੇ ਤੂੰ ਦੁਨੀਆ ਦੇ ਨਾਲ ਤੁਰੇਗਾ ਤੇ ਤੂੰ ਫੇਲ ਹੋ ਜਾਵੇਂਗਾ। ਕੀ ਕਰਨਾ ਚਾਹੀਦਾ ਤੈਨੂੰ? ਤੈਨੂੰ ਤਾਂ ਦੁਨੀਆ ਦੇ ਨਾਲੋਂ 10 ਕਦਮ ਅੱਗੇ ਤੁਰਨਾ ਚਾਹੀਦਾ। ਤੈਨੂੰ ਤਾਂ ਦੁਨੀਆ ਦਾ ਆਗੂ ਬਣ ਕੇ ਤੁਰਨਾ ਪਵੇਗਾ। ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜੀ ਦੇ ਸਮੇਂ ਜਾਂ ਭਗਤ ਸਾਹਿਬਾਨਾਂ ਦੇ ਸਮੇਂ ਵੀ ਤਾਂ ਦੁਨੀਆ ਹੈ ਸੀ। ਭਗਤ ਕਬੀਰ ਸਾਹਿਬ ਨੇ ਆਖਿਆ, ਮੈਂ ਨਹੀਂ ਦੁਨੀਆ ਨਾਲ ਤੁਰਾਂਗਾ, ਮੈਂ ਨਹੀਂ ਉਹਨਾਂ ਲੋਕਾਂ ਨਾਲ ਤੁਰਾਂਗਾ ਜਿਹੜੇ ਲੋਕ ਇਸ ਪਾਸੇ ਨੂੰ ਤੁਰ ਰਹੇ ਨੇ। ਤੁਸੀਂ ਕਿੱਧਰ ਨੂੰ ਤੁਰੋਗੇ? ਭਗਤ ਕਬੀਰ ਸਾਹਿਬ ਕਹਿੰਦੇ, ਇੱਕ ਅਵਕਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਕਬੀਰ ਤਾਂ ਉਸ ਪਾਸੇ ਨੂੰ ਤੁਰੇਗਾ ਜਿਹੜੇ ਪਾਸੇ ਤੋਂ ਲੋਕਾਂ ਨੇ ਮੂੰਹ ਫੇਰ ਲਿਆ, ਜਿੱਧਰ ਨੂੰ ਪਿੱਠ ਕਰ ਲਈ, ਕਬੀਰ ਉਧਰ ਨੂੰ ਤੁਰੇਗਾ। ਚੜ੍ਹਦੇ ਵਾਲੇ ਪਾਸੇ ਨੂੰ ਲੋਕ ਪਾਣੀ ਦੇਣ ਲੱਗ ਪਏ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਤਾਂ ਉਧਰ ਨੂੰ ਪਾਣੀ ਦੇਵਾਂਗਾ ਜਿੱਧਰ ਨੂੰ ਲੋਕ ਨਹੀਂ ਦੇ ਰਹੇ। ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਦੁਨੀਆ ਦਾ ਮਨੁੱਖ ਹਰ ਉਹ ਕੰਮ ਕਰ ਸਕਦਾ ਹੈ ਜਿਹਦੇ ਵਿੱਚ ਸੌਖ ਹੈ, ਭਾਵ ਜਿਹੜਾ ਸੌਖਾ ਕੰਮ ਹੈ, ਜਿਹਦੇ ਵਿੱਚ ਸੁਖਿਆਈ ਮਿਲਦੀ ਹੈ, ਦੁੱਖ ਨਹੀਂ ਮਿਲਦਾ। ਪਰ ਦੁਨੀਆ ਦਾ ਹਰ ਮਨੁੱਖ ਉਹ ਕੰਮ ਨਹੀਂ ਕਰੇਗਾ ਜਿਹਦੇ ਵਿੱਚ ਦੁੱਖ ਮਿਲਦਾ ਹੋਵੇਗਾ, ਜਿਹਦੇ 'ਚ ਸਟਰਗਲ ਕਰਨੀ ਪੈਂਦੀ ਹੋਵੇਗੀ, ਜਿਹਦੇ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਪੂਰਾ ਹਾਰਡ ਵਰਕ ਕਰਨਾ ਪਵੇਗਾ। ਉਹ ਮਨੁੱਖ ਕਦੀ ਵੀ ਕੰਮ ਨਹੀਂ ਕਰੇਗਾ।
ਹਰ ਦੁਨੀਆ ਦਾ ਮਨੁੱਖ ਕਹੇਗਾ ਕਿ ਮੈਨੂੰ ਹਰ ਤਰ੍ਹਾਂ ਦੀ ਸਹੂਲਤ, ਹਰ ਤਰ੍ਹਾਂ ਦੀ ਲੋੜ ਪੂਰੀ ਹੋਵੇ, ਪਰ ਮੈਨੂੰ ਹੱਥੀਂ ਕੁਝ ਕਰਨਾ ਨਾ ਪਵੇ। ਇੱਦਾਂ ਹੀ ਤਾਂ ਧਰਮ ਦੀ ਦੁਨੀਆ ਨੇ। ਧਰਮ ਦੀ ਦੁਨੀਆ ਵਿੱਚ ਵੀ ਕੁਝ ਕਰਨਾ ਨਹੀਂ ਪਵੇਗਾ। ਮਾਲਾ ਪਕੜਾ ਦਿਓ ਹੱਥ ਵਿੱਚ, ਬਸ ਬੰਦੇ ਦਾ ਮਨ ਕਰਦਾ ਤੇ ਮੂੰਹ ਤੋਂ ਬੋਲ ਲਵੇ, ਨਹੀਂ ਮਨ ਕਰਦਾ ਤੇ ਚੁੱਪ ਕਰਕੇ ਮਾਲਾ ਘਮਾਈ ਜਾਵੇ। ਕੈਸਾ ਧਰਮ ਹੈ, ਕਿਹੋ ਜਿਹਾ ਧਰਮ ਸੀ, ਕੀ ਬਣਾ ਕੇ ਰੱਖ ਦਿੱਤਾ ਉਹਦਾ। ਦੁਨੀਆ ਵਿੱਚ ਇੱਦਾਂ ਦੇ ਬਹੁਤ ਲੋਕ ਮਿਲ ਜਾਣਗੇ ਜਿਹੜੇ ਮੱਥੇ ਤੇ ਤਿਲਕ ਲਾਇਆ ਹੋਵੇਗਾ, ਜਾਂ ਕਿਸੇ ਵੀ ਮੱਤ ਦੇ ਹੋਣਗੇ ਜਿਨ੍ਹਾਂ ਨੇ ਧਾਰਮਿਕ ਚਿੰਨ੍ਹ ਤਾਂ ਪਹਿਨੇ ਹੋਣਗੇ, ਪਰ ਉਹ ਚਿੰਨ੍ਹਾਂ ਤੱਕ ਹੀ ਸੀਮਤ ਰਹਿ ਗਏ। ਜਿਹੜੇ ਗੱਡੀ ਡਰਾਈਵ ਕਰਦੇ ਨੇ ਨਾ ਲੋਕ, ਅਕਸਰ ਹੀ ਵੱਡੀਆਂ ਗੱਡੀਆਂ ਡਰਾਈਵ ਕਰਨ ਵਾਲੇ, ਜਿਨ੍ਹਾਂ ਨੇ ਟੰਨਾਂ ਦੇ ਹਿਸਾਬ ਨਾਲ ਮਾਲ ਲੱਦਣਾ ਹੁੰਦਾ ਹੈ, ਇੱਕ ਥਾਂ ਤੋਂ 1000 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਕੇ ਦੂਜੀ ਥਾਂ ਤੇ ਜਾ ਕੇ ਲਾਉਣਾ ਹੁੰਦਾ ਹੈ। ਉਹਨਾਂ ਬੰਦਿਆਂ ਨੂੰ ਪੁੱਛੋ ਵੀ ਭਗਤੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਉਹਨਾਂ ਮਨੁੱਖਾਂ ਨੂੰ ਪੁੱਛੋ ਵੀ ਬੰਦਗੀ ਜਾਂ ਇਬਾਦਤ ਦੀ ਪਰਿਭਾਸ਼ਾ ਕੀ ਹੁੰਦੀ ਹੈ, ਉਹ ਦੱਸਣਗੇ। ਉਹ ਕਹਿੰਦੇ ਬੰਦਗੀ ਦੀ ਪਰਿਭਾਸ਼ਾ ਇਹ ਹੈ ਕਿ ਅੱਖਾਂ ਖੋਲ ਕੇ ਰੱਖਣੀਆਂ ਤੇ ਨਿਯਮ ਦੇ ਤਹਿਤ ਗੱਡੀ ਡਰਾਈਵ ਕਰਨੀ ਹੈ, ਤਾਂ ਕਿ ਜੇ ਸਾਡਾ ਬਚਾਅ ਹੁੰਦਾ ਤੇ ਕਿਸੇ ਦੂਜੇ ਦਾ ਨੁਕਸਾਨ ਨਾ ਹੋਵੇ। ਪਰਿਭਾਸ਼ਾ ਬੜੀ ਕਮਾਲ ਦੀ ਹੈ। ਅੱਖਾਂ ਖੋਲ ਕੇ ਗੱਡੀ ਡਰਾਈਵ ਕਰਨੀ ਹੈ ਤੇ ਬੜੀ ਉਸ ਸਪੀਡ ਲਿਮਟ ਦੇ ਵਿੱਚ ਅਸੀਂ ਜਾਣਾ ਹੈ, ਨਿਯਮ ਦੇ ਵਿੱਚ ਜਾਣਾ ਹੈ, ਕਿਧਰੇ ਆਪਣੀ ਮਨਮਰਜ਼ੀ ਨਹੀਂ ਕਰਨੀ, ਰੈੱਡ ਲਾਈਟ ਦੀ ਉਲੰਘਣਾ ਨਹੀਂ ਕਰਨੀ, ਔਰ ਜਿੰਨੇ ਵੀ ਟ੍ਰੈਫਿਕ ਦੇ ਰੂਲ ਹੈ ਉਹਨਾਂ ਨੂੰ ਫਾਲੋ ਕਰਨਾ। ਇਹ ਸਾਡੀ ਬੰਦਗੀ ਤੇ ਸਾਡੀ ਇਬਾਦਤ ਹੈ। ਔਰ ਜੇ ਅਸੀਂ ਇਹਦੇ ਤੋਂ ਕੁਤਾਹੀ ਕਰਦੇ ਹਾਂ, ਫਿਰ ਅਸੀਂ ਕਿਤੇ ਨਾ ਕਿਤੇ ਸਜ਼ਾ ਦੇ ਹੱਕਦਾਰ ਬਣਦੇ ਹਾਂ ਤੇ ਸਾਨੂੰ ਸਜ਼ਾਵਾਂ ਵੀ ਮਿਲਦੀਆਂ ਨੇ। ਇੱਦਾਂ ਹੀ ਸਾਡੇ ਜੀਵਨ ਦਾ ਸਫ਼ਰ ਹੈ। ਜੇ ਉਹ ਇੱਕ ਬੰਦਾ ਗੱਡੀ ਡਰਾਈਵ ਕਰਨ ਵਾਲਾ ਕਿਸੇ ਦੂਜੇ ਵੱਲ ਵੇਖ ਕੇ ਆਖੇ ਵੀ ਜੇ ਤਾਂ ਸਪੀਡ ਲਿਮਟ ਹੈਗੀ ਹੈ 60 ਦੀ, ਤੇ ਜੇ ਇੱਕ ਵਿਅਕਤੀ 80 ਤੋਂ 90 ਤੱਕ ਜਾ ਰਿਹਾ ਹੈ, ਬੰਦਾ ਉਹਦੇ ਵੱਲ ਵੇਖੇ ਮੈਂ ਤਾਂ ਦੁਨੀਆ ਵਾਲਿਆਂ ਨਾਲ ਰਲਣਾ ਹੈ, ਤੇ ਹੁੰਦਾ ਇੱਦਾਂ ਹੀ ਹੈ। ਮਾਫ ਕਰਿਓ, ਹੁੰਦਾ ਅੱਜ ਕੱਲ੍ਹ ਇੱਦਾਂ ਹੀ ਹੈ ਵੀ ਇੱਕ ਗੱਡੀ ਤੇਜ਼ ਭਜਾ ਰਿਹਾ ਨਾ ਤੇ ਦੂਜਾ ਉਹਦੇ ਮਗਰ ਲੱਗ ਪੈਂਦਾ ਵੀ ਜੇ ਇਹ ਤੇਜ਼ ਜਾ ਰਿਹਾ ਤੇ ਇਹਨੂੰ ਰਾਹ ਮਿਲਦਾ ਜਾਂਦਾ, ਮੈਂ ਇਹਦੇ ਮਗਰ ਲੱਗ ਜਾਂਦਾ, ਤੀਜਾ ਵੀ ਉਹਦੇ ਮਗਰ ਲੱਗ ਜਾਂਦਾ, ਚੌਥਾ ਵੀ ਉਹਦੇ ਮਗਰ ਲੱਗ ਜਾਂਦਾ। ਇਹਦਾ ਅਰਥ ਹੈ ਵੀ ਦੁਨੀਆ ਦੇ ਨਾਲ ਬੰਦਾ ਤੁਰਨਾ ਚਾਹੁੰਦਾ ਵੀ ਜੋ ਜੋ ਦੁਨੀਆ ਕਰਦੀ ਹੈ। ਮਾਫ ਕਰਿਓ, ਦੁਨੀਆ ਤੇ ਉਹ ਵੀ ਕਰਮ ਕਰਦੀ ਜਿਹਦਾ ਨਾਮ ਸੁਣ ਕੇ ਵੀ ਆਪਣੇ ਆਪ ਦੇ ਵਿੱਚ ਬੰਦੇ ਨੂੰ ਨਮੋਸ਼ੀ ਆ ਜਾਂਦੀ ਹੈ। ਦੁਨੀਆ ਦੇ ਬੁਰੇ ਕਰਮ ਨੇ। ਇਸ ਲਈ ਮਹਾਰਾਜ ਕਹਿੰਦੇ ਦੁਨੀਆ ਕਾਰਨ ਦੀਨ ਗਵਾਇਆ। ਦੀਨ ਨਾ ਗਵਾ, ਭਗਤੀ ਨਾ ਗਵਾ ਜੀਵਨ ਚੋਂ। ਇਬਾਦਤ ਬੜੀ ਤਕੜੀ ਚੀਜ਼ ਹੈ, ਬੰਦਗੀ ਬੜੀ ਤਕੜੀ ਚੀਜ਼ ਹੈ। ਜਿਹੜੀ ਤੂੰ ਦੁਆ ਕਰਦਾ ਹੈ ਨਾ, ਦੁਆ ਦਾ ਅਰਥ ਕੀ ਹੈ? ਪਰਮਾਤਮਾ ਦੇ ਅੱਗੇ ਅਰਜ਼ ਕਰਨੀ, ਅਰਦਾਸ ਕਰਨੀ, ਅੰਜਲੀ ਕਰਨੀ। ਤੇਰੀ ਬੰਦਗੀ ਹੀ ਤੇਰੀ ਅਰਦਾਸ ਹੋਵੇਗੀ। ਤੇਰੀ ਅੰਦਰ ਦੀ ਵੇਦਨਾ ਨੂੰ ਜਾਣਨ ਵਾਲਾ ਤੇਰੀ ਬੰਦਗੀ ਦੇ ਰੂਪ ਵਿੱਚ ਉਹਨੂੰ ਸੁਣੇਗਾ ਕਿ ਤੇਰੀ ਅੱਗੋਂ ਬੰਦਨਾ ਕੀ ਹੈ, ਕੀ ਕਰਨਾ ਚਾਹੁੰਦਾ ਹੈ ਤੂੰ। ਵੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਇੰਨੀ ਗੱਲ ਦੇ ਵਿੱਚ ਨਿਪਟਾਰਾ ਕਰ ਦਿੱਤਾ ਹੈ। ਇਸ ਗੱਲ 'ਚ ਨਿਪਟਾਰਾ ਕੀਤਾ ਵੀ ਦੁਨੀਆ ਕਾਰਨ ਦੀਨ ਗਵਾਇਆ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ। ਐਸੀ ਹਾਲਤ ਵਿੱਚੋਂ ਅਸੀਂ ਨਹੀਂ ਗੁਜ਼ਰਨਾ ਚਾਹੁੰਦੇ। ਅਸੀਂ ਤਾਂ ਸੱਚਖੰਡ ਦੇ ਰਸਤੇ ਦੇ ਪਾਂਧੀ ਬਣਨਾ ਚਾਹੁੰਦੇ ਹਾਂ। ਉਹ ਥਾਂ ਤੇ ਟਿਕਾਓ ਕਰਨਾ ਚਾਹੁੰਦੇ ਜਿੱਥੇ ਸੱਚ ਹੀ ਸੱਚ ਹੋਵੇ। ਅਸੀਂ ਤਾਂ ਉਧਰ ਨੂੰ ਤੁਰਨਾ ਹੈ ਜਿੱਧਰ ਸੱਚ ਦੀ ਹੀ ਚਾਰ ਚਫੇਰੇ ਵਰਖਾ ਹੁੰਦੀ ਹੋਵੇ। ਪਰ ਇੱਧਰ ਨੂੰ ਜਾਣ ਵਾਲੇ ਵਿਰਲੇ ਨੇ। ਮੈਰਿਜ ਕਰ ਰਿਹਾ ਸੀ, ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਧਰ ਜਾਣਾ? ਉਹ ਕਹਿੰਦੇ ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਕਹਿੰਦੇ ਜਿੱਧਰ ਨੂੰ ਪੰਡਤ ਤੁਰੇ ਨੇ। ਪੰਡਤ ਕੌਣ ਆ? ਉਪਦੇਸ਼ਕ ਲੋਕ, ਆਗੂ ਲੋਕ। ਤੇ ਜੇ ਆਗੂ ਮਾੜਾ ਹੋਵੇ ਨਾ, ਆਗੂ ਮਾੜਾ ਹੋਵੇ ਤੇ ਸਾਰੀ ਪਬਲਿਕ ਨੂੰ ਹੀ ਬਰਬਾਦ ਕਰ ਦਿੰਦਾ। ਆਗੂ ਮਾੜਾ ਹੋਵੇ ਤੇ ਆਪਣੀ ਜਨਤਾ ਹੀ ਮਰਵਾ ਦਿੰਦਾ ਹੈ। ਜਰਨੈਲ ਮਾੜਾ ਹੋਵੇ ਫੌਜ ਦਾ ਤੇ ਉਹ ਫੌਜ ਮਰਵਾ ਦੇਗਾ। ਬੇੜੀ ਦਾ ਮਲਾਹ ਮਾੜਾ ਹੋਵੇਗਾ ਤੇ ਬੇੜੀ ਡੋਬ ਕੇ ਰੱਖ ਦੇਗਾ, ਸਾਰਾ ਪੂਰ ਡੋਬ ਦੇਗਾ।
ਤੇ ਜੇ ਧਰਮ ਦੇ ਉਪਦੇਸ਼ਕ ਮਾੜੇ ਹੋਣਗੇ ਨਾ ਤੇ ਉਹ ਸਾਰੀ ਦੁਨੀਆ ਨੂੰ ਉਲਝਾ ਦੇਣਗੇ। ਇਹੋ ਹੀ ਕੁਝ ਤਾਂ ਵਾਪਰ ਰਿਹਾ ਅੱਜ, ਧਰਮ ਦੇ ਨਾਮ ਤੇ ਲੜਾਈਆਂ, ਧਰਮ ਦੇ ਨਾਮ ਤੇ ਬੜੇ ਬੜੇ ਸੰਘਰਸ਼ ਕਰ ਰਹੇ ਨੇ ਲੋਕ। ਤੁਸੀਂ ਦੇਖਿਆ ਹੀ ਹੋਣਾ ਖਬਰਾਂ ਦੇ ਵਿੱਚ, ਆਪਾਂ ਨੂੰ ਹਰ ਰੋਜ਼ ਮਿਲਦੀਆਂ ਨੇ। ਕੱਲ੍ਹ ਦੀ ਘਟਨਾ ਇਸ ਦੀ ਨਵੀਂ ਜਿਉਂਦੀ ਜਾਗਦੀ ਇੱਕ ਮਿਸਾਲ ਹੈ, ਪਟਿਆਲੇ ਦੀ ਧਰਤੀ ਤੇ ਜੋ ਕੁਝ ਵਾਪਰਿਆ। ਅਸੀਂ ਜਦੋਂ ਸਮਝਾਂਗੇ ਥੋੜ੍ਹਾ ਜਿਹਾ ਗੱਲ ਨੂੰ ਵੀ ਧਰਮ ਇੱਦਾਂ ਦਾ ਥੋੜ੍ਹੀ ਹੈ ਵੀ ਕੋਈ ਬੰਦਾ ਆ ਕੇ ਆਖੇ ਵੀ ਮੈਂ ਦੂਜੇ ਦੇ ਧਰਮ ਦੇ ਵਿਰੋਧ ਵਿੱਚ ਮੈਂ ਖੜਾ ਹਾਂ, ਦੂਜਾ ਆਖੇ ਤੂੰ ਕੌਣ ਹੈ ਮੇਰੇ ਧਰਮ ਦੇ ਵਿਰੋਧ ਵਿੱਚ। ਇਹਨੂੰ ਕਹਿੰਦੇ ਨੇ ਖਾਨਾ ਜੰਗੀ, ਇਹਨੂੰ ਕਹਿੰਦੇ ਨੇ ਘਰੇਲੂ ਜੰਗ। ਇਹ ਖਾਨਾ ਜੰਗੀ ਜਦੋਂ ਆਰੰਭ ਹੁੰਦੀ ਹੈ ਫਿਰ ਧਰਮ ਤਾਂ ਕਿਨਾਰੇ ਰਹਿ ਗਿਆ ਨਾ, ਫਿਰ ਤੇ ਲੋਕ ਆਪਣੇ ਹੰਕਾਰ ਦੇ ਕਰਕੇ ਲੜਦੇ ਨੇ, ਆਪਣਾ ਹੰਕਾਰ ਪਾਲਣ ਲਈ ਲੜਦੇ ਨੇ ਲੋਕ। ਮੇਰਾ ਹੰਕਾਰ ਜਿਹੜਾ ਉਹਦਾ ਸਿਰ ਨੀਵਾਂ ਨਹੀਂ ਹੋਣਾ ਚਾਹੀਦਾ, ਇਹਦਾ ਹੰਕਾਰ ਜਿਹੜਾ ਉਹਦਾ ਮੈਂ ਸਿਰ ਨੀਵਾਂ ਕਰਾਂਗਾ। ਇਹ ਤਾਂ ਹਾਲਤ ਬਣ ਗਈ ਸਾਡੇ ਲੋਕਾਂ ਦੀ। ਸਤਿਗੁਰੂ ਮਹਾਰਾਜ ਨੇ ਸਾਨੂੰ ਇਦਾਂ ਦੇ ਨਹੀਂ ਬਣਾਇਆ। ਹੰਕਾਰ ਨੂੰ ਨੀਵਾਂ ਕਰਨ ਦੇ ਲਈ ਆਖਿਆ। ਫਰੀਦ ਸਾਹਿਬ ਜੀ ਨੇ ਸ਼ਲੋਕ ਦੇ ਵਿੱਚ ਵੀ ਸਾਰੀ ਵਿਚਾਰ ਇਹ ਦਿੱਤੀ ਹੈ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਬੰਦਾ ਨਮਸਕਾਰ ਕਰਨ ਲੱਗਾ ਤੇ ਸੋਚਦਾ ਵੀ ਪੱਗ ਨਾ ਕਿਧਰੇ ਮੈਲੀ ਹੋ ਜਾਵੇ, ਸਜਦਾ ਕਰਨ ਲੱਗਾ ਪੱਗ ਨਾ ਥੱਲੇ ਲੱਗ ਜਾਵੇ, ਲੜ ਨਾ ਵਿੰਗਾ ਹੋ ਜਾਵੇ। ਮੈਂ ਭੁਲਾਵਾ ਪੱਗ ਦਾ ਕੇਵਲ ਅਖਰੀ ਅਰਥ ਕਰਨ ਲੱਗਾ ਹੈ, ਅਸਲ ਵਿੱਚ ਪੱਗ ਦਾ ਅਰਥ ਕੀ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਪੀ ਮਿੱਟੀ ਖਾਏ। ਇਸ ਮੂਰਖ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਿਰ ਜਿਹੜਾ ਸੰਭਾਲ ਕੇ ਮੈਂ ਸਜਦਾ ਕਰ ਰਿਹਾ ਵੀ ਜਿਹੜੀ ਮੇਰੀ ਸਿਰ ਤੇ ਪੱਗ ਹੈ ਇਹ ਮੈਲੀ ਨਾ ਹੋ ਜਾਵੇ। ਪਰ ਇਹਨੂੰ ਇਹ ਹੀ ਨਹੀਂ ਪਤਾ ਵੀ ਇਸ ਜਿਹੜੇ ਸਿਰ ਤੇ ਪੱਗ ਸੱਜੀ ਆ ਉਸ ਸਿਰ ਦੇ ਅੰਦਰ ਤਾਂ ਪਹਿਲਾਂ ਹੀ ਮੈਲ ਹੈ। ਤੇ ਨਾਲ ਇੱਕ ਦਲੀਲ ਹੋਰ ਦੇ ਦਿੱਤੀ ਹੈ ਵੀ ਯਾਦ ਰੱਖੀ, ਜਿਸ ਮਿੱਟੀ ਤੋਂ ਤੂੰ ਡਰਦਾ ਹੈ ਨਾ ਇਹ ਸਰੀਰ ਵੀ ਸਾਰਾ ਮਿੱਟੀ ਹੋ ਜਾਣਾ, ਮਿੱਟੀ 'ਚ ਹੀ ਰਲ ਜਾਣਾ। ਗਹਿਲਾ ਰੂਹ ਨਾ ਜਾਣੇ, ਸਿਰ ਪੀ ਮਿੱਟੀ ਖਾਏ। ਆਹ ਸਿਰ ਨੂੰ ਵੀ ਤਾਂ ਮਿੱਟੀ ਨੇ ਖਾ ਜਾਣਾ ਹੈ ਨਾ। ਫਰੀਦ ਸਾਹਿਬ ਨੇ ਜਦੋਂ ਇਸ ਗੱਲ ਦੀ ਵਿਆਖਿਆ ਕੀਤੀ, ਉਹਨਾਂ ਆਪਣੀ ਬਾਣੀ ਵਿੱਚ ਹੀ ਆਖਿਆ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ, ਰੱਬ ਮਾਹੇ, ਮੰਦਾ ਕਿਸਨੋਂ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਹੁਣ ਇਹ ਕਿੰਨੀ ਸੋਹਣੀ ਵਿਆਖਿਆ ਕਰਦੇ ਨੇ, ਕਹਿੰਦੇ ਖਲਕਤ ਦੇ ਵਿੱਚ ਰੱਬ ਹੈ ਤੇ ਰੱਬ ਦੇ ਵਿੱਚ ਖਲਕਤ ਹੈ। ਇਸ ਖਲਕਤ ਵਿੱਚ ਰਹਿੰਦਿਆਂ ਜੇ ਬੰਦਾ ਆਖੇ ਵੀ ਮੇਰੀ ਪੱਗ ਨਹੀਂ ਨੀਵੀਂ ਹੋਣੀ ਚਾਹੀਦੀ, ਹੁਣ ਇਹ ਇੱਕ ਮੁਹਾਵਰੇ ਦੇ ਤੌਰ ਤੇ ਗੱਲਾਂ ਹੁੰਦੀਆਂ ਆਪਣੇ ਸਮਾਜ ਵਿੱਚ, ਮੇਰੀ ਪੱਗ ਨਹੀਂ ਰਹਿਣੀ, ਕਿੱਥੇ ਨਹੀਂ ਰਹਿਣੀ ਭਲਾ, ਤੇਰੇ ਤਾਂ ਸਿਰ ਤੇ ਵੱਜੀ ਹੋਈ ਹੈ, ਮੇਰੀ ਤਾਂ ਇਹਨੇ ਪੱਗ ਹੀ ਲਾ ਕੇ ਰੱਖ ਦਿੱਤੀ ਹੈ। ਇਹ ਇੱਕ ਮੁਹਾਵਰੇ ਨੇ। ਪੱਗ ਲੱਥ ਜਾਣਾ, ਇੱਜ਼ਤ ਦਾ ਗਵਾਚ ਜਾਣਾ, ਪੱਗ ਲੱਥ ਜਾਣਾ, ਸਿਰ ਨੀਵਾਂ ਹੋ ਜਾਣਾ, ਪੱਗ ਲੱਥ ਜਾਣਾ, ਇੱਜ਼ਤ ਬਰਬਾਦ ਹੋ ਜਾਣੀ। ਇਸ ਇੱਜ਼ਤ ਨੂੰ ਬਣਾਉਂਦਾ ਬਣਾਉਂਦਾ ਬੰਦਾ ਕਈ ਵਾਰੀ ਨਾ ਜਦੋਂ ਵਿਆਹ ਸ਼ਾਦੀਆਂ ਹੁੰਦੇ ਨੇ ਬੰਦਾ ਖਰਚਾ ਵੱਡਾ ਕਰਦਾ ਹੈ। ਪੁੱਛਦੇ ਨੇ ਲੋਕ ਕਿਉਂ ਕੀਤਾ ਹੈ, ਕਹਿੰਦਾ ਨੱਕ ਰੱਖਣ ਵਾਸਤੇ। ਵੀ ਨੱਕ ਤਾਂ ਤੇਰੇ ਪਹਿਲਾਂ ਹੀ ਲੱਗਾ ਹੋਇਆ ਮੂੰਹ ਦੇ ਉੱਤੇ, ਕਿੱਥੇ ਗਿਆ ਤੇਰਾ ਨੱਕ। ਨੱਕ ਰੱਖਣਾ, ਇੱਜ਼ਤ ਬਚਾਉਣੀ। ਇੱਜ਼ਤ ਬਚਾਉਣ ਦੇ ਲਈ ਬੰਦਾ ਬੜੇ ਬੜੇ ਕੰਮ ਕਰਦਾ ਹੈ, ਪਰ ਉਹਦੇ ਵਿੱਚ ਹੀ ਉਲਝਿਆ ਰਹਿੰਦਾ ਸਾਰੀ ਜ਼ਿੰਦਗੀ। ਬੰਦੇ ਨੂੰ ਇਹੋ ਹੀ ਫਿਕਰ ਖਾ ਜਾਂਦਾ ਵੀ ਇੱਜ਼ਤ ਕਿਵੇਂ ਬਚੇ, ਇੱਜ਼ਤ ਕਿਵੇਂ ਬਚੇ। ਮਹਾਰਾਜ ਕਹਿੰਦੇ ਇੱਜ਼ਤ ਦਾ ਫਿਕਰ ਨਾ ਕਰ, ਕੰਮ ਚੰਗੇ ਕਰ, ਇੱਜ਼ਤ ਤੇ ਤੈਨੂੰ ਫਰੀ ਵਿੱਚ ਮਿਲਦੀ ਜਾਣੀ। ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਕੰਮ ਕਾਰ ਕਰਦੇ ਹੋ ਨਾ ਆਪਣਾ, ਤੇ ਤੁਹਾਨੂੰ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਮੇਰੀ ਇੱਜ਼ਤ ਕਰੋ। ਤੁਹਾਡੇ ਕੰਮ ਕਾਰ ਦੀ ਇਮਾਨਦਾਰੀ ਨੂੰ ਵੇਖ ਕੇ ਲੋਕ ਇਕੱਠੇ ਹੋ ਕੇ ਤੁਹਾਡੀ ਇੱਜ਼ਤ ਕਰਦੇ ਨੇ, ਤੁਹਾਡੀ ਸਿਫਤ ਸਲਾਹ ਕਰਦੇ ਨੇ। ਇਸ ਵਿਅਕਤੀ ਵਰਗਾ ਤੇ ਮਨੁੱਖ ਹੀ ਕੋਈ ਨਹੀਂ। ਕਿਉਂ ਕਰਦੇ ਭਲਾ? ਤੁਹਾਡਾ ਕਰਮ ਚੰਗਾ ਹੈ। ਜਿਸ ਦਿਨ ਬੰਦਾ ਕਰਮ ਚੰਗੇ ਵੱਲ ਨੂੰ ਤੁਰ ਪਿਆ ਨਾ, ਉਸ ਦਿਨ ਪੱਗ ਦਾ ਫਿਕਰ ਥੋੜੀ ਰਹਿਣਾ ਵੀ ਮੇਰੀ ਪੱਗ, ਮੇਰੀ ਇੱਜ਼ਤ, ਮੇਰਾ ਨੱਕ। ਹਜੇ ਤੇ ਬੰਦਾ ਨੱਕ ਨੂੰ ਹੀ ਲੈ ਕੇ ਭੱਜਾ ਫਿਰਦਾ ਵੀ ਨੱਕ ਬਚ ਜਾਵੇ। ਨੱਕ ਫਿਰ ਵੀ ਨਹੀਂ ਬਚਦਾ ਬੰਦੇ ਦਾ। ਫਿਰ ਵੀ ਇਦਾਂ ਦੇ ਲੋਕ ਇਕੱਠੇ ਹੋ ਹੀ ਜਾਂਦੇ ਵੀ ਦਾਲ ਦੇ ਵਿੱਚ ਤਾਂ ਲੂਣ ਹੀ ਨਹੀਂ ਸੀ ਹੈਗਾ, ਸਬਜ਼ੀ ਤਾਂ ਇਹਨਾਂ ਦੀ ਸਵਾਦ ਹੀ ਨਹੀਂ ਬਣੀ। ਇਦਾਂ ਦੇ ਕਹਿਣ ਵਾਲੇ ਬਹੁਤ ਲੋਕ ਇਕੱਠੇ ਹੋ ਜਾਂਦੇ ਨੇ। ਸਾਡੇ ਮਨ ਦਾ ਤੇ ਇਹਨਾਂ ਨੇ ਭੋਜਨ ਪਦਾਰਥ ਤਿਆਰ ਕੀਤਾ ਹੀ ਨਹੀਂ।
ਇਹੋ ਜਿਹੀਆਂ ਗੱਲਾਂ ਕਹਿਣ ਵਾਲੇ ਅਸੀਂ ਭਾਵੇਂ ਜਿੰਨਾ ਮਰਜ਼ੀ ਖਰਚ ਕਰ ਲਈਏ ਵੱਡੇ ਪੱਧਰ ਤੇ, ਅਜਿਹੀਆਂ ਗੱਲਾਂ ਕਰਨ ਵਾਲਿਆਂ ਨੇ ਸਾਰੇ ਪ੍ਰੋਗਰਾਮ ਨੂੰ ਜ਼ੀਰੋ ਕਰਨਾ ਹੁੰਦਾ ਹੈ। ਉਹ ਇੱਕ ਗੱਲ ਨਹੀਂ ਕਰਕੇ ਅੱਗੇ ਚਲੇ ਜਾਂਦੇ ਨੇ। ਫਿਰ ਬੰਦਾ ਦੁਖੀ ਹੁੰਦਾ, ਮੈਂ ਤਾਂ ਨੱਕ ਬਚਾਉਂਦਾ ਸੀ ਪਰ ਇਹਨਾਂ ਨੇ ਨੱਕ ਰਹਿਣ ਹੀ ਨਹੀਂ ਦਿੱਤਾ। ਦਾਜ ਸਭ ਤੋਂ ਵੱਧ ਕਿਉਂ ਦਿੱਤਾ ਜਾਂਦਾ ਵਿਆਹ ਸ਼ਾਦੀਆਂ ਤੇ? ਨੱਕ ਰੱਖਣ ਵਾਸਤੇ। ਅਗਲੇ ਘਰ ਵਿੱਚ ਸਾਡਾ ਹੰਕਾਰ ਉੱਚਾ ਹੋਵੇ, ਬੱਲੇ ਬੱਲੇ ਬੱਲੇ, ਇਹਨਾਂ ਵਰਗਾ ਤਾਂ ਕੋਈ ਹੈ ਹੀ ਨਹੀਂ। ਇੰਨਾ ਧਨ ਦਿੱਤਾ ਹੈ, ਇੰਨਾ ਧਨ ਦੇ ਕੇ ਧੀ ਨੂੰ ਘਰੋਂ ਵਿਦਾ ਕੀਤਾ ਹੈ, ਬੱਲੇ ਬੱਲੇ। ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਸਤੇ, ਵਾਹ ਵਾਹ ਕਰਾਉਣ ਵਾਸਤੇ, ਨੱਕ ਬਚਾਉਣ ਵਾਸਤੇ। ਨੱਕ ਫੇਰ ਨਹੀਂ ਬਚਦਾ। ਗੁਰੂ ਕੇ ਪਿਆਰਿਓ, ਇਹ ਨੱਕ, ਇਹ ਪੱਗ, ਇਹਦੀ ਕਦਰੋ ਕੀਮਤ ਤਾਂ ਬਣਨੀ ਹੈ ਜਦੋਂ ਸਾਡੇ ਅੰਦਰ ਕੁਆਲਿਟੀ ਹੋਵੇਗੀ। ਭਗਤਾਂ ਦੀ ਬਾਣੀ ਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ ਕਿ ਭਗਤਾਂ ਦੇ ਕੋਲ ਬਹੁਤ ਵੱਡੀ ਪੂੰਜੀ ਸੀ? ਨਹੀਂ। ਕੋਈ ਤਾਂ ਖੱਡੀਆਂ ਤੇ ਕੱਪੜਾ ਬੁਣਦਾ ਸੀ, ਕੋਈ ਲੋਹੇ ਦਾ ਕੰਮ ਕਰਦਾ ਸੀ, ਕੋਈ ਤਾਂ ਉਹ ਚੰਮ ਲਾ ਕੇ ਪਸ਼ੂਆਂ ਦਾ ਵੇਚਦਾ ਸੀ, ਕੋਈ ਬੁੱਤੀਆਂ ਦਾ ਕੰਮ ਕਰਦਾ ਸੀ ਕਿਸੇ ਘਰ ਵਿੱਚ ਸੁਨੇਹੇ ਦੇਣ ਵਾਸਤੇ, ਕੋਈ ਖੇਤੀਬਾੜੀ ਦਾ ਕੰਮ ਕਰਦਾ ਸੀ। ਹੱਦ ਹੋ ਗਈ ਹੈ। ਅਜਿਹੇ ਗਰੀਬ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਮਹਾਰਾਜ ਨੇ ਕਿਉਂ ਦਰਜ ਕੀਤਾ? ਮਹਾਰਾਜ ਨੇ ਉਹਨਾਂ ਦੇ ਬਾਹਰੀ ਧਨ ਪਦਾਰਥਾਂ ਵਾਲੇ ਨੱਕ ਨੂੰ ਨਹੀਂ ਵੇਖਿਆ। ਜਿਹੜੀ ਕੁਆਲਿਟੀ ਉਹਨਾਂ ਦੇ ਜੀਵਨ ਵਿੱਚ ਸੀ ਨਾ, ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਗਲਵੱਕੜੀ 'ਚ ਲੈ ਲਿਆ। ਕਹਿਣ ਲੱਗੇ ਵੀ ਤੁਹਾਡੇ ਵਰਗਾ ਪੁਰਖ ਮੈਂ ਹੁਣ ਤੱਕ ਦੁਨੀਆ ਵਿੱਚ ਨਹੀਂ ਵੇਖਿਆ। ਜੋ ਤੁਹਾਡੇ ਜੀਵਨ ਵਿੱਚ ਹੈ, ਜਿੱਡਾ ਵੱਡਾ ਸਰਮਾਇਆ ਤੁਹਾਡੇ ਕੋਲ ਹੈ, ਉਹ ਤਾਂ ਦੁਨੀਆ ਵਾਲਿਆਂ ਦੇ ਕੋਲ ਕਿਧਰੇ ਵੀ ਨਹੀਂ ਵੇਖਿਆ। ਇਸ ਲਈ ਮਹਾਰਾਜ ਨੇ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਭਗਤ ਸਾਹਿਬਾਨਾਂ ਨੂੰ ਥਾਂ ਦੇ ਦਿੱਤੀ। ਅੱਜ ਜਦੋਂ ਬੰਦਾ ਆ ਕੇ ਗੁਰੂ ਨਾਨਕ ਨੂੰ ਸਜਦਾ ਕਰਦਾ, ਨਾਲ ਭਗਤ ਰਵਿਦਾਸ ਸਾਹਿਬ ਨੂੰ ਵੀ ਸਜਦਾ ਕਰਦਾ ਹੈ। 35 ਮਹਾਂਪੁਰਖਾਂ ਦੀ ਬਾਣੀ ਦਾ ਖਜ਼ਾਨਾ ਹੈ। ਵੱਖ ਵੱਖ ਕਿੱਤੇ ਨੇ, ਕੋਈ ਅਮੀਰੀ ਨਹੀਂ ਹੈ, ਕੋਈ ਧਨਾੜ ਨਹੀਂ ਨੇ। ਮਹਾਰਾਜ ਨੇ ਕੇਵਲ ਉਹਨਾਂ ਦੇ ਗੁਣਾਂ ਦੀ ਅਮੀਰੀ ਵੇਖ ਕੇ ਸਤਿਗੁਰੂ ਨੇ ਪੂਰਨ ਤੌਰ ਤੇ ਥਾਂ ਦੇ ਦਿੱਤੀ ਹੈ। ਤੇ ਸ਼ੇਖ ਫਰੀਦ ਸਾਹਿਬ ਨੇ ਆਖਿਆ, ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋਏ ਜਾਏ। ਮੈਂ ਤਾਂ ਇਸ ਗੱਲ ਤੇ ਹੀ ਭਟਕਿਆ ਫਿਰਦਾ ਸੀ ਵੀ ਪੱਗ ਨਾ ਮੈਲੀ ਹੋ ਜਾਵੇ, ਪਰ ਮੈਂ ਕਦੇ ਝਾਕਿਆ ਹੀ ਨਹੀਂ ਵੀ ਮੇਰੀ ਤਾਂ ਮੱਤ ਮੈਲੀ ਹੋਈ ਪਈ ਹੈ। ਕਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਜਿਹੜੀ ਮਿੱਟੀ ਤੋਂ ਮੈਂ ਡਰਦਾ, ਉਸ ਮਿੱਟੀ ਤਾਂ ਮੇਰਾ ਸਿਰ ਵੀ ਦੱਬਿਆ ਜਾਣਾ ਹੈ। ਇਸ ਲਈ ਆਖਿਆ ਨਾ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ। ਫਰੀਦ ਸਾਹਿਬ ਕਹਿੰਦੇ ਵੀ ਕਦੇ ਖਾਕ ਨੂੰ ਨਿੰਦ ਨਾ, ਮਾੜਾ ਨਾ ਕਹੇ ਮਿੱਟੀ ਨੂੰ ਵੀ। ਇਹਦੀ ਵੀ ਵਡਿਆਈ ਕਰਿਆ ਕਰ, ਇਹ ਵੀ ਤੇਰੇ ਪਰਦੇ ਕੱਜ ਲੈਂਦੀ ਹੈ। ਵੈਸੇ ਸਾਡੇ ਤਨ ਤੇ ਮਿੱਟੀ ਜਾਂ ਘੱਟਾ ਪੈ ਜਾਵੇ ਤੇ ਅਸੀਂ ਨਫ਼ਰਤ ਕਰਦੇ ਹਾਂ ਵੀ ਘੱਟਾ ਮਿੱਟੀ ਪੈ ਗਿਆ, ਕੱਪੜੇ ਗੰਦੇ ਹੋ ਗਏ। ਫਰੀਦ ਸਾਹਿਬ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਜੀਵੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਹਿੰਦੇ ਵੀ ਜਿਉਂਦਿਆਂ ਸਾਰੀ ਜ਼ਿੰਦਗੀ ਤੇਰੇ ਪੈਰਾਂ ਥੱਲੇ ਰਹਿੰਦੀ ਹੈ, ਜਦੋਂ ਤੂੰ ਮਰ ਜਾਣਾ ਹੈ ਉਦੋਂ ਤੇਰੇ ਉੱਪਰ ਆ ਜਾਂਦੀ ਤੇ ਤੇਰਾ ਪਰਦਾ ਕੱਜ ਲੈਂਦੀ ਹੈ। ਏਡਾ ਵੱਡਾ ਗੁਣ ਹੈ ਮਿੱਟੀ ਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਸੀਂ ਆਪਣੀ ਪੱਗ ਦਾ ਫਿਕਰ ਕਰਦੇ ਹਾਂ, ਇਹ ਠੀਕ ਹੈ। ਕੌਮੀ ਤੌਰ ਤੇ ਸਾਡੀ ਦਸਤਾਰ ਦੀ ਬੜੀ ਵੱਡੀ ਅਹਿਮੀਅਤ ਹੈ, ਇਹਨੂੰ ਇੱਧਰ ਜੋੜ ਕੇ ਨਾ ਦੇਖਣਾ। ਕੌਮੀ ਤੌਰ ਤੇ ਤਾਂ ਸਾਡੀ ਦਸਤਾਰ ਦੀ ਬੜੀ ਵੱਡੀ ਮਹੱਤਤਾ ਹੈ, ਪਰ ਜਦੋਂ ਅਸੀਂ ਜੀਵਨ ਤੌਰ ਤੇ ਆਪਣੇ ਅੰਤਰਾਤਮੇ ਤੌਰ ਤੇ ਵੇਖਦੇ ਹਾਂ ਨਾ, ਹੰਕਾਰ ਜਦੋਂ ਸਾਡੇ ਅੰਦਰੋਂ ਕਈ ਵਾਰੀ ਬੋਲਦਾ, ਮੇਰੀ ਇੱਜ਼ਤ, ਮੇਰੀ ਪੱਗ, ਇਹਨੂੰ ਕਹਿੰਦੇ ਹੰਕਾਰ ਦਾ ਪ੍ਰਤੀਕ ਇਹ ਗੱਲਾਂ। ਜਦ ਕੋਈ ਚੰਗੀ ਗੱਲ ਵੀ ਕਰ ਰਿਹਾ ਹੋਵੇ ਨਾ, ਸਾਡਾ ਹੰਕਾਰ ਉਹਦੀ ਗੱਲ ਨੂੰ ਪ੍ਰਵਾਨ ਨਹੀਂ ਕਰਦਾ, ਪਰ ਅਸੀਂ ਕਹਿੰਦੇ ਨਾ ਨਾ, ਇਹਦੇ ਇਹ ਕੰਮ ਕਰਨ ਨਾਲ ਮੇਰੀ ਪੱਗ ਜਾਂਦੀ ਹੈ। ਕਿਸ ਪੱਗ ਦੀਆਂ ਬਾਤਾਂ ਕਰਦਾ ਹੈ ਤੂੰ? ਫਰੀਦ ਸਾਹਿਬ ਕਹਿੰਦੇ, ਤੇਰੀ ਤਾਂ ਮੱਤ ਮੈਲੀ ਹੈ। ਤੇ ਨਾਲੇ ਇੱਕ ਗੱਲ ਦਾ ਚੇਤਾ ਰੱਖੀ, ਜਿਹੜੀ ਪੱਗ ਦੇ ਮੈਲੇ ਹੋਣ ਤੋਂ ਤੂੰ ਡਰ ਰਿਹਾ ਹੈ ਨਾ, ਇਹ ਤਾਂ ਸਿਰ ਵੀ ਤੇਰਾ ਮਿੱਟੀ ਦੇ ਵਿੱਚ ਦਫਨ ਹੋ ਜਾਣਾ। ਕਿਉਂ? ਕਿਹੜੇ ਭੁਲੇਖਿਆਂ ਵਿੱਚ ਪਿਆ ਹੋਇਆ ਹੈ। ਗੁਰੂ ਕਿਰਪਾ ਕਰੇ ਹੰਕਾਰ ਛੱਡ ਕੇ ਹੰਕਾਰ ਨੂੰ ਨਿਮਰਤਾ ਦੇ ਵਿੱਚ ਤਬਦੀਲ ਕਰੀਏ। ਹਰ ਕਾਰਜ ਦੁਨੀਆ ਦਾ ਉਹ ਸਾਡੇ ਅੱਗੇ ਸੌਖਾ ਹੋ ਜਾਵੇਗਾ। ਜਿਹਨੂੰ ਅਸੀਂ ਵੇਖ ਕੇ ਕਹਿੰਦੇ ਵੀ ਬਹੁਤ ਔਖਾ ਕੰਮ ਹੈ, ਇਹ ਕਦਾਚਿਤ ਨਹੀਂ ਹੋ ਸਕਦਾ, ਉਹ ਵੀ ਕਾਰਜ ਸਹਿਲਾ ਹੋ ਜਾਵੇਗਾ ਜਦੋਂ ਅਸੀਂ ਗੁਰੂ ਚਰਨਾਂ ਦੇ ਭੌਰੇ ਤੇ ਨਿਮਰਤਾ ਦੇ ਪੁੰਜ ਬਣ ਕੇ ਜਿਉਣਾ ਸਿੱਖ ਲਿਆ। ਗੁਰੂ ਰਹਿਮਤ ਕਰੇ। ਆਪ ਸਭ ਦਾ ਧੰਨਵਾਦ। ਸ਼ੁਕਰਾਨੇ ਮਾਲਕ ਦੇ। ਭੁੱਲ ਚੁੱਕ ਦੀ ਖਿਮਾ ਬਖਸ਼ਣੀ।